ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ। ਗੁਰੂ ਤੇਗ ਬਹਾਦਰ ਸਿਮਰਿਏ ਕਰ ਨੌ ਨਿਧ ਆਵੇ ਧਾਏ ਸਭ ਥਾਏ ਹੋਏ ਸਹਾਏ। ਸਿੱਖ ਧਰਮ ਦੇ ਨੌਵੇਂ ਗੁਰੂ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਮਨੁੱਖਤਾ ਦੇ ਕਲਿਆਣ ਤੇ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ, ਜਿਨ੍ਹਾਂ ਨੂੰ ਮਨੁੱਖਤਾ ਦੇ ਵਾਰਸ ਗੁਰੂ ਤੇਗ ਬਹਾਦਰ ਵੀ ਕਿਹਾ ਜਾਂਦਾ ਹੈ। गुरु तेग बहादुर जी ने श्री गुरु नानक देव जी के संसारक अमन ते कल्याण के आदर्श नूं अगे तोरिया ते उस समय धार्मिक सहनशीलता ते आपस विच रल मिल के रहण दे आदर्शां दी प्रेरणा दित्ती। गुरु तेग बहादुर जी की शहीदी खालसा पंथ की स्थापना का भी आधार बनी, क्योंकि खालसा पंथ की स्थापना नाल गुरु गोबिंद सिंह जी ने सिक्खी नूं विलखण रूप देण दा फैसला कीता सी। साहिब श्री गुरु तेग बहादुर जी की समुची बाणी मनुखी जीवन के कल्याण ते खुशहाली नाल संबंधित है। गुरु तेग बहादुर जी का 400 साला प्रकाश पुरब दुनिया भर विच अथाह श्रद्धा भावना नाल मनाया गया। गुरु तेग बहादुर साहिब जी के पवित्र शस्त्रां नूं समर्पित पेश है चढ़दी कला टाइम टीवी की विशेष रिपोर्ट। आओ करते हाँ श्री गुरु तेग बहादुर साहिब जी के पवित्र शस्त्रां दे दर्शन। ਸਾਡੇ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤੇ ਅੱਜ ਵੀ ਉੱਥੇ ਰਿਸ਼ਤਿਆਂ ਦੇ ਅੰਦਰ ਜਦੋਂ ਗੱਲ ਆਉਂਦੀ ਹੈ ਤੇ ਹਮੇਸ਼ਾ ਅਸੀਂ ਪਿਤਾ ਤੋਂ ਛੋਟਾ ਹੋਵੇ ਤਾਂ ਉਹਨਾਂ ਨੂੰ ਚਾਚਾ ਕਹਿ ਕੇ ਆਵਾਜ਼ ਸੰਬੋਧਨ ਕਰਦੇ ਹਾਂ, ਤੇ ਜੇ ਕੋਈ ਮਤਲਬ ਪਿਤਾ ਤੋਂ ਵੱਡਾ ਹੋਵੇ ਤਾਂ ਉਹਨਾਂ ਨੂੰ ਬਜ਼ੁਰਗਾਂ ਨੂੰ ਬਾਬਾ ਜੀ ਕਹਿ ਕੇ ਜਾਂ ਤਾਇਆ ਜੀ ਕਹਿ ਕੇ, ਜਾਂ ਭੈਣ ਹੋਵੇ ਤਾਂ ਅੱਗੋਂ ਭੂਆ ਕਹਿ ਕੇ ਆਵਾਜ਼ ਮਾਰਦੇ ਹਾਂ। ਇੱਕ ਰਿਸ਼ਤੇ ਨੇ ਪਿਆਰ ਦੇ ਜਿਹੜੇ ਕਿ ਨਿਰੰਤਰ ਚੱਲਦੇ। ਅਸੀਂ ਉਸ ਬਹਿਸ ਵਿੱਚ ਨਹੀਂ ਜਾਵਾਂਗੇ, ਲੇਕਿਨ ਇਤਿਹਾਸਿਕ ਦਰਸ਼ਨਾਂ ਨੂੰ ਅਸੀਂ ਜ਼ਰੂਰ ਚਾਹਾਂਗੇ ਸਾਡੇ ਦਰਸ਼ਕ ਕਿ ਉਹ ਸ਼ਸਤਰਾਂ ਨੂੰ ਵਾਰੀ-ਵਾਰੀ ਤੁਸੀਂ ਸਾਨੂੰ ਸੰਗਤ ਨੂੰ ਦਰਸ਼ਨ ਕਰਾਓ ਤਾਂ ਕਿ ਉਹਨਾਂ ਦੇ ਇਤਿਹਾਸ ਬਾਰੇ ਵੀ ਦੱਸੋ ਔਰ ਅਸੀਂ ਜਿਹੜਾ ਹੈ ਉਹਨਾਂ ਦੇ ਨਾਲ ਆਪਣਾ ਵੀ ਜੀਵਨ ਸਫਲਾ ਕਰ ਸਕੀਏ। ਔਰ ਜਿਹੜੇ ਕਰੋੜਾਂ ਦਰਸ਼ਕ ਦੁਨੀਆ ਭਰ ਦੇ ਵਿਚਕਾਰ ਇਸ ਵੇਲੇ ਇਸ ਸਾਰੇ ਸ਼ਸਤਰਾਂ ਦੇ ਔਰ ਤੁਹਾਡੇ ਪਰਿਵਾਰ ਦੇ ਦਰਸ਼ਨ ਕਰ ਰਹੇ ਨੇ, ਉਹ ਵੀ ਆਪਣੀਆਂ ਖੁਸ਼ੀਆਂ ਮਾਣ ਸਕਣ। ਸੋ ਪਹਿਲੇ ਸ਼ਸਤਰ ਦੇ ਨਾਲ ਆਪਾਂ ਆਰੰਭ ਕਰਦੇ ਹਾਂ। ਸਾਹਿਬ ਸਰਬਜੀਤ ਸਿੰਘ ਜੀ ਖਾਲਸਾ ਜੀ। ਗਿਆਨੀ ਜੀ, ਮੈਂ ਇਸ ਸਮਾਂ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਚਾਚਾ ਫੱਗੂਮਲ ਸਾਹਿਬ ਜੀ, ਜੋ ਇੱਕ ਬਿਹਾਰ ਦਾ ਇਕੱਲਾ ਪ੍ਰਬੰਧਕ ਕਮੇਟੀ ਆ ਜੇ ਸ੍ਰੀ ਅਕਾਲ ਤਖਤ ਦੀ ਮਰਿਆਦਾ ਹੇਠ ਚੱਲਦੀ ਆ। ਇਹ ਪ੍ਰਬੰਧਕ ਕਮੇਟੀ ਦੀ ਪਰੰਪਰਾਵਾਂ ਅੱਜ ਤੋਂ ਕਰੀਬਨ 80 ਸਾਲ ਪਹਿਲਾਂ ਜਦੋਂ ਗੁਰਦੁਆਰਾ ਮਸੰਦਾ ਦੇ ਕੋਲ ਸੀ, ਸਾਡੇ ਬਜ਼ੁਰਗਾਂ ਨੇ ਆਪਣੇ ਮੁਰਚੇ ਲਾ ਕਰਕੇ ਇਹ ਗੁਰਦੁਆਰਾ ਸਾਹਿਬ ਆਜ਼ਾਦ ਕਰਾਏ ਸਨ। ਉਸ ਤੋਂ ਬਾਅਦ ਇੱਥੇ ਪ੍ਰਬੰਧਕ ਕਮੇਟੀ ਕਾਇਮ ਹੋਈ। ਇਹ ਨਿਰੋਲ ਪ੍ਰਬੰਧਕ ਕਮੇਟੀ ਆ ਜਿਹਦੀ ਕੋਈ ਇਲੈਕਸ਼ਨ ਨਹੀਂ ਹੁੰਦੀ ਆ। ਉਹ ਜਗਤਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ ਆਦਰਸ਼ ਮਰਜ਼ਾਦਾ ਨੂੰ ਮਾਣ ਕਰਕੇ ਅੱਜ ਵੀ ਸਿਲੈਕਸ਼ਨ ਰਾਹੀਂ ਆਪਣੇ ਮੈਂਬਰ ਤੇ ਪ੍ਰਧਾਨ ਤੇ ਸਕੱਤਰ ਚੁਣੇ ਜਾਂਦੇ ਨੇ। ਸਰਦਾਰ ਸਰਬਜੀਤ ਸਿੰਘ ਜੀ, ਵੈਸੇ ਅਗਰ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ ਸੀ। ਉਦੋਂ ਕੋਈ ਵੋਟਾਂ ਨਹੀਂ ਪਈਆਂ ਸਨ। ਇਹ ਸਿਲੈਕਸ਼ਨ ਦਾ ਧਰਮ ਸੀ। ਪਤਾ ਨਹੀਂ ਆਪਾਂ ਇਲੈਕਸ਼ਨ ਵਾਲੇ ਪਾਸੇ ਕਿਵੇਂ ਪਹੁੰਚ ਗਏ, ਲੇਕਿਨ ਚਲੋ ਇਹ ਉਹਦੇ ਰਸਤੇ ਨੇ। ਲੇਕਿਨ ਬਹੁਤ ਅੱਛੀ ਗੱਲ ਹੈ ਕਿ ਆਪ ਜੀ ਜਿਹੜਾ ਹੈ ਸਿਲੈਕਸ਼ਨ ਦੇ ਨਾਲ ਉਸ ਪ੍ਰਬੰਧ ਨੂੰ ਕਰਦੇ ਹੋ, ਨਹੀਂ ਤਾਂ ਸ਼ਸਤਰਾਂ ਬਾਰੇ ਆਪਾਂ ਨੂੰ ਜਾਣਕਾਰੀ ਸ਼ਾਇਦ ਨਾ ਮਿਲ ਪਾਉਂਦੀ ਜੇ ਕਿਤੇ ਵੋਟਾਂ ਪੈਂਦੀਆਂ ਹੁੰਦੀਆਂ। ਤਾਂ ਆਓ ਆਪੇ ਵਧਨੇ ਹਾਂ ਇਸ ਵਾਲੇ ਪਾਸੇ। ਸੋ ਪਹਿਲਾਂ ਤੁਸੀਂ ਸ਼ਸਤਰੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਾਂਦੇ ਸਮੇਂ ਬਤੌਰ ਨਿਸ਼ਾਨੀ ਆਪਣੇ ਅਨੰਨ ਸੇਵਕ ਆਪਣੇ ਚਾਚਾ ਜੀ ਨੂੰ ਬਖਸ਼ਿਸ਼ ਕਰ ਗਏ ਸਨ। ਆਹ ਸੇ ਖੰਡਾ ਸਾਹਿਬ ਜੀ, ਆਓ ਸਾਸੰਗ ਜੀ ਦਰਸ਼ਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਭਾਗਾਂ ਵਾਲਾ ਜੀ ਅੱਜ ਮੇਰੇ ਨਾਲ ਚੜ੍ਹਦੀ ਕਲਾ ਟੀਵੀ ਤੋਂ ਜਿਹੜੇ ਮੇਰੇ ਨਾਲ ਅੱਜ ਰੂਬਰੂ ਹੋ ਰਹੇ ਨੇ, ਸਾਡੇ ਗਾਰਜੀਅਨ ਵੀ ਨੇ। ਉਹ ਬੜੀ ਮਾਣ ਵਾਲੀ ਗੱਲ ਹੈ। ਤਖਤ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਨਿਰੋਲ ਜਨਰਲ ਸਕੱਤਰ ਨੇ ਜੋ ਬਿਨਾਂ ਕਿਸੇ ਵੀ ਕੋਈ ਆਰੋਪ ਤੋਂ ਬਗੈਰ ਬੜੇ ਉਚੇਚੇ ਤੌਰ ਤੇ ਸੇਵਾ ਕੀਤੇ ਨੇ। ਅੱਜ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਥਾਨ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400 ਸਾਲਾ ਸ਼ਤਾਬਦੀ ਮਹਾ ਸਮਾਗਮ ਤੇ ਅਵਸਰ ਖਾਸ ਤੌਰ ਤੇ ਕੁਲਮੋਹਨ ਸਿੰਘ ਜੀ ਨੂੰ ਲੱਖ ਲੱਖ ਵਧਾਈਆਂ ਦੇ ਰਹੀਆਂ ਨੇ। ਤੇ ਮੇਰੀ ਬੇਨਤੀ ਆ ਕਿ ਤੁਸੀਂ ਜਦੋਂ ਵੀ ਪਟਨਾ ਸਾਹਿਬ ਆਓ ਤਾਂ ਸਾਸਾਰਾਮ ਆਪਣੇ ਪਰਿਵਾਰ ਨੂੰ ਲਾ ਕੇ ਜ਼ਰੂਰ ਮਿਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਸਿੰਘ ਜੀ ਦਰਸ਼ਨ ਕਰੀਏ ਜੀ। ਇਹ ਤਾਊਸ ਜੰਗ ਜੀ, ਇਹ ਤਾਊਸ ਜੰਗ ਇਹ ਜੀ ਧਾਰ ਆ ਸਾਹਮਣੇ ਹੁੰਦੀ ਹੈ। ਇਹ ਆਮ ਧਾਰ ਤੋਂ ਬਿਲਕੁਲ ਉਲਟੀ ਆ ਜੀ। ਇਹ ਤਾਊਸ ਜੰਗ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਨਿਸ਼ਾਨੀ ਜਿਹਦੇ ਆਪ ਤੁਸੀਂ ਦਰਸ਼ਨ ਕਰ ਰਹੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਸਾਹਿਬ ਜੀ ਸਰਬਲੋਈ ਸ਼ਰੀਫ ਸਾਹਿਬ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਸੇਵਕ ਚਾਚਾ ਫੱਗੂਮਲ ਸਾਹਿਬ ਜੀ ਨੂੰ ਬਖਸ਼ੀਸ਼ ਕਰ ਗਏ ਸਨ। ਸੇ ਤੁਸੀਂ ਸ੍ਰੀ ਸਾਹਿਬ ਦੀ ਦਰਸ਼ਨ ਕਰ ਰਹੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। और दो तीर साहब जी ने, ये दो तीर साहब गुरु तेग बहादुर पातशाह जी की निशानी जिहड़ी संगत ने दर्शन करके निहाल होंदी है जी। वाहिगुरू जी का खालसा वाहिगुरू जी की फतेह। सर ਸਰਬਜੀਤ ਸਿੰਘ ਖਾਲਸਾ ਜੀ, ਸਾਨੂੰ ਹੁਣ ਜਿਹੜੇ ਚਿੱਤਰ ਨੇ, ਕਿਉਂਕਿ ਤੁਸੀਂ ਇਹ ਸਮਾਨ ਤਾਂ ਨਾਲ ਲਿਆ ਨਹੀਂ ਸਕਦੇ ਸੀ ਆਪਣੇ, ਲੇਕਿਨ ਇਹਨਾਂ ਚਿੱਤਰਾਂ ਦੇ ਰਾਹੀਂ ਸਾਨੂੰ ਦਰਸ਼ਨ ਕਰਾਓ ਸੰਗਤ ਨੂੰ ਕਿ ਭਈ ਇਹਨਾਂ ਚਿੱਤਰ ਕੀ ਕਹਿ ਰਹੇ। स्नान चौकी, यह स्नान चौकी ज्ञानी जी, इस स्नान चौकी ते विशेष तौर पर फग्गूमल साहब जी बनाए सन कि मेरे दाता जी ते दाता जी परिवार माता गुजर कौर माता बेबे नानकी जी जो आणगियाँ तो जमीन मिट्टी का सी, तो मैं किस तरह स्नान कर गया। ये 12 किले का तुसी वेख रहे हो, ये बनाए ने स्नान चौकी जो आज भी गुरुद्वारा साहिब च तुसी विराजमान असी रख के रखिया जी। वैर साहब के हेठा ही ये चौकी साहब दे संगत दर्शन आप कराने आ। वाहिगुरू जी का खालसा वाहिगुरू जी की फतेह। ਸਰ ਸਰਬਜੀਤ ਸਿੰਘ ਜੀ ਖਾਲਸਾ ਜੀ, ਜਦੋਂ ਸੰਗਤ ਪਟਨਾ ਸਾਹਿਬ ਦਰਸ਼ਨ ਕਰਨ ਜਾਂਦੀ ਤਖਤ ਹਰਿਮੰਦਰ ਜੀ ਪਟਨਾ ਸਾਹਿਬ, ਉਹਨਾਂ ਨੇ ਅਗਰ ਸਾਸਾਰਾਮ ਪਹੁੰਚਣਾ ਹੋਵੇ ਤਾਂ ਉਹਦੇ ਵਾਸਤੇ ਕੀ ਉਹਨਾਂ ਨੂੰ ਇੰਤਜ਼ਾਮ ਕਰਨ ਦੀ ਲੋੜ ਹੈ? सासाराम आने वास्ते पटना जंक्शन तो सासाराम वास्ते 3 ट्रेन सवेरे तो 1 ट्रेन राती आती है, वो सीधे सासाराम आती है जी। उस तो अलावा सोमो गड्डियाँ चलदियाँ ने प्राइवेट, बसा चलदियाँ ने प्राइवेट, राज ट्रांसपोर्ट की बसा चलदियाँ ने प्राइवेट, सारिया इंतजाम ने। जो तुम सासाराम आ जाओ, किसी भी रिक्शे वाले ने किसी भी टेंपू वाले को बस वड्डे गुरुद्वारे साहब जाना जे, इन्ना ही बोलना काफ़ी है, वो चाचा फग्गूमल गुरुद्वारे साहब पहुँचा देंगे। ਸੋ ਹੁਣ ਤੁਸੀਂ ਸਾਨੂੰ ਅਗਲੇ ਜਿਹੜੇ ਹੈ ਨੇ ਇਹਦਾ ਹਿੱਸੇ 'ਚ ਇਹਦੇ ਬਾਰੇ ਜਾਣਕਾਰੀ ਦਿਓ ਜੀ ਕਿ ਇਹ ਜਿਹੜੀ ਇਹ ਚਿੱਤਰ ਜਿਹ 'ਚ ਬੇਰੀ ਹੈ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ ਜੀ। आओ सत्संग जी दर्शन करिए। ये बैरी साहब का अनमोल इतिहास जी। बैरी साहब एक माता कोलों मिली कुड़े दी विच निकले सन। वो माता हुई माता जे जिहड़ी माता ने आके फग्गूमल साहब जी नाल जुड़ी सी, और जुड़ करके वो प्रेम वो रिश्ता कायम होया कि जो फग्गूमल साहब सतनाम जानते पश्चात आपने बड़े अदब ते सत्कार नाल जगत गुरु नानक पातशाह जी की मिशन नूं किरत करो, नाम जपो ते वंड छको, इन्हां दे राही संगतां नूं जोड़े सन। ते नाले दसवंधी प्रथावां चलियां सन। डेली नितनेम ते लंगर की प्रथावां सतनाम च इतिहास की पहली बार फग्गूमल साहब ने कायम की। माता जा नेम सी कि डेरी आके भांडे धोने पे लंगर दे ते लंगर पकाउणी, संगत नूं छक छका के अपने घर चल जानी सी। जदों गुरु तेग बहादुर पातशाह जी के आगमन का सदा पत्र फग्गूमल साहब जी नूं मिलिया, उस सदा पत्र नूं वेख के फग्गूमल साहब जी नूं उस बुढ़ापे जवानी आ गई सी। सारे संगत नूं दर्शन कराउणा जी, तो नाले बेनती करनी सत्संग जिंदगी की अंतिम ताड़ी दसवंदा जो सीधा रब के चरणों च जाना जे। वो डेरी संगत नूं लेकर के दसवंदी उगराई करते सन। वो सवेर का समा सी, उगराई करते करते माता के बूहे ते पुज गए ने। वो जो माता जी आके डेली सेवा करती सी, माता बूहे ते बड़ी खुश कि मेरे दर ते वो संत जी आए ने जेड़े जाके मैं सेवा करनी आ। माता बार बार पैरी हत्थ लाई जा रही है। फग्गूमल साहब नूं आख्या माता अज कुछ नहीं करना, तेरी सेवा बड़ी अनमोल आ, ले ते अपने जीवन च मुक्ति पाना, रब जी ने इत्थे आना जे, ला तू भी मैंने कुछ आज दियो। माता हस पई, बाबा जी मेरी जिंदगी चल पई है ये तुहाडे चरणों नाल जुड़ के। मेरा कोई परिवार नहीं, कोई जना, कोई भरा, कोई भैन, कोई धी, कोई पुत्र नहीं, बिल्कुल अनाथ वाली जीवन सी। पता नहीं रब ने केड़ी जो वो समा बख्शिश की थी कि तुहाडे चरणों नाल मैं जुड़ गई हाँ। ਜਿਹੜੀ चीज़ की लोड़ पैंदी है कहने तो पहले तुसीं पूरी कर देंदे हो। आपां तो अपने घरां के वसाउण दा ही रिश्ता जी, बाकी सारा कुछ तुहाडे दर ते आके पाउणी आ। सरबजीत सिंह खालसा जी, आप इस बेरी बारे कुछ दसन लगे? मैं बैरी उसी उस्ताद के नाल ही आना जी। वो माता कहंदे कहंदे रो पई, चाचा फग्गूमल खड़े ने बूहे ते,
ਆਲੇ ਦੁਆਲੇ ਵਾਲੇ ਮਾਈਆਂ ਇਕੱਠੇ ਆਣ ਤਾਣਾ ਦੇਣ ਲੱਗੀਆਂ ਨੇ, ਮਾਤਾ ਬੜੀ ਸੇਵਾ ਕਰਦੀ ਆ, ਲਾ ਕੁਛ ਦਿਓ ਦਿਓ। ਮਾਤਾ ਗੁੱਸੇ 'ਚ ਆ ਗਈ ਕਿ ਮੇਰੀ ਸਾਰੀ ਹਾਲਾਤ ਜਾਣ ਦੇ ਬਾਅਦ ਵੀ ਬਾਬਾ ਜੀ ਹਾਲੇ ਵੀ ਮੇਰੀ ਗੱਲ ਨਹੀਂ ਸੁਣਨੇ ਨੇ। ਉਹ ਝਾੜੂ ਕਰਦੀ ਪਈ ਸੀ, ਉਹਨਾਂ ਨੇ ਕੂੜਾ ਚੁੱਕਿਆ, ਕਹਾ ਬਾਬਾ ਮੇਰੇ ਕੋਲ ਹੀ ਆ। ਫੱਗੂਮਲ ਸਾਹਿਬ ਨੂੰ ਕੂੜੇ ਵੀ ਬਣ ਕੇ ਲੈ ਆਏ ਨੇ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਤਾਂ ਜਾਣ ਦਾ ਸਮਾਂ ਬਣਿਆ ਵਿਦਾਈ ਦਾ, तो उस समय हजूर ने फरमाया कि जेड़ी दसवंध आइए चाचा जी संगत के सामने पेश करियो, संगत के सामने पेश करियो। सारे दसवंध आके उन्हें ढेर कर दिता, लेकिन घोड़े की पोटी नहीं लिया सन कि मेरे जीवन की अंतिम दर्शन प्रसन्न जी मैं घोड़ा दाँगा। फिर दाता ने आवाज़ दी, चाचा जी वो माई वाली भेंट। फिर रोंदे जा रहे ने, जिथे दसवंध रखे सन वो पोटली ले आए ने, ਉਹਦੇ ਨਾਲ ਕੋਈ ਦਿੱਤਾ ਫਿਰ पोटली ले आए ने। पोटली जो दाता ने आप खोलिया, घोड़े ने आपने हिलोरिया, बैर का फल सी। माता उसी कट्ठे में बैठी सी, माता वाले ने सारा किया, माता आज तो बाद तू अपने आप को अनाथ ना दसी, दुनिया कायम रहूगा, माता तू मेरे नाल रहेगी। दाता अपने कोठी ते बाहर आके वो बैर नूं रोक दिते सन। पौने 400 साल हो गए ने ज्ञानी जी, आज भी बैर रज के आंदा। हुण भी जाओ कोई ना कोई बैरी तुहानूं सब सबूते तौर ते बिल्कुल हरा भरा मिलूगा। ਆਪਾਂ ਚਾਹਾਂਗੇ ਕੁਝ ਸਾਡੇ ਬੇਰੀ ਦੇ ਆਪਾਂ ਜਿਹੜੇ ਫਲ ਨੇ ਉਹਦੇ ਦੇ ਦਰਸ਼ਨ ਸੰਗਤ ਨੂੰ ਕਰਾਈਏ ਜੀ। आ फल आपां सुखा के रखने हैं जी, संगत बारों महीने आंदी रहिंदी आ। इस करके जो फल आंदा है तो आपां हरे फल वंडने आ, बाद च ये फल आपां प्रसाद तौर ते देने हैं जी। ਇਹਨੂੰ ਹੱਥ ਲਾ ਸਕਦੇ ਹਾਂ ਜੀ। बिल्कुल जी बिल्कुल, तुहाडे वास्ते ही लाया जी। ਸੋ ਸਾਧ ਸੰਗਤ ਜੀ, ਜਿਹੜੇ ਤੁਸੀਂ ਇਹ ਬੇਰੀ ਦੇ ਦਰਸ਼ਨ ਕਰ ਰਹੇ ਹੋ, ਇਹ ਬੇਰਾਂ ਨੂੰ ਸੁਕਾਇਆ ਹੋਇਆ ਔਰ ਸੁਕਾਉਣ ਤੋਂ ਬਾਅਦ ਇਹਨਾਂ ਨੂੰ ਪ੍ਰਸਾਦ ਦੇ ਰੂਪ ਦੇ ਵਿੱਚ ਕਾਰ ਰੱਖਿਆ ਜਾਂਦਾ ਹੈ ਔਰ ਫਿਰ ਸੰਗਤ ਨੂੰ ਉਸ ਬੇਰੀ ਦੇ ਜਿਹੜੇ ਫਲ ਨੇ, ਮੈਂ ਕਈ ਵਾਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਵੀ ਦੇਖਿਆ, ਕਈ ਮਾਤਾਵਾਂ ਜਿਹੜੀਆਂ ਨੇ ਝੋਲੀ ਅੱਡ ਕੇ ਉਸ ਬੇਰੀ ਦੇ ਬੇਰਾਂ ਦੀ ਉਡੀਕ ਕਰ ਰਹੀਆਂ ਹੁੰਦੀਆਂ ਨੇ ਕਿ ਕਦੋਂ ਉਹ ਕੁਦਰਤੀ ਫਲ ਸਾਡੀ ਝੋਲੀ 'ਚ ਪਏਗਾ ਤੇ ਕਿਰਪਾ ਹੋਏਗੀ। ਤੋਂ ਇਸ ਤੋਂ ਇਲਾਵਾ ਇਸ ਦਰਵਾਜ਼ੇ ਬਾਰੇ ਤੁਸੀਂ ਕੋਈ ਦੱਸਣਾ ਚਾਹੋਗੇ? ये दरवाजे में ये दरवाज़ा वही 45 बाई 35 इंच की, जिदे पर दरवाजे ते प्रवेश करके गुरु तेग बहादुर पातशाह जी ने फग्गूमल साहिब जी नूं चाचा जी कह के संबोधन किए सन। उस तो बाद पूरे जगत वास्ते फग्गूमल साहिब जी चाचा फग्गूमल साहिब तो नां ते विख्यात हो गए ने। 2 महापुरख होए ने पंथ 'च, जिन्हां ने 6 गुरु महाराज की दर्शन प्रसन सेवा का मौका मिलिया। पहला बाबा बुढ़ा जी, जिन्हां दे नां दी बख्शीश जगत गुरु नानक पातशाह ने बाबा बुढ़ा कह के कीते सन। नवें जावें च गुरु तेग बहादुर पातशाह जी ने, जिन्हां ने आप फग्गूमल साहिब जी नूं चाचा जी कह के संबोधन किए सन। तो चाचा जी भी 6 गुरु पातशाह जी दर्शन प्रसन सेवा कीते ने। ते 2 महापुरख बाबा बुढ़ा जी ते बाबा संत चाचा फग्गूमल साहिब जी। उस तो इलावा सब तो अनमोल जिहड़ी किरपावां होईयां ने, चाचा फग्गूमल साहिब जी दे अस्थान तो गुरु तेग बहादुर पातशाह जी महाराज 21 दिन रुके सन। 21 दिन रहिंदे सत्संग करदे दाता जी ने राग जैजावंती महल्ले नवें दी गुरबाणी की बख्शीश की सी। वो गुरबाणी आपां डेली श्री गुरु ग्रंथ साहिब जी के 1352 अंग च दर्शन करने आ जी। बाणी का सिरलेखा राग जैजावंती महला नवा, एक ओंकार सतनाम करता पुरख निरपौ निर्वैर अकाल मूरत अजूनी सैपंग गुर प्रसाद। राम सिमर यह तेरे काज है, माया को संग त्याग, प्रभु जू की शरण लाग, जगत सुख मान मिथ्या, झूठो सबे साज है, राम सिमर यह तेरे काज है। ਸਰਦਾਰ ਸਰਬ ਸਿੰਘ ਜੀ ਖਾਲਸਾ ਜੀ, ਬਹੁਤ ਅੱਛਾ ਲੱਗਾ ਤੁਸੀਂ ਅੱਜ ਸ਼ਸਤਰਾਂ ਦੇ ਦਰਸ਼ਨ ਕਰਾਏ ਨੇ ਔਰ ਅੱਜ ਦੀ ਇਹ ਜਿਹੜੀ ਅਸੀਂ ਰਿਪੋਰਟ ਆਪਣੀ ਜਿਹੜੀ ਲਈ ਹੈ, ਲੱਗਦਾ ਕਿ ਇਤਿਹਾਸਿਕ ਰਿਪੋਰਟ ਹੋਏਗੀ ਸਾਰੀ ਕੌਮ ਵਾਸਤੇ, ਦੁਨੀਆ ਭਰ ਦੇ ਵਿਚਕਾਰ ਉਹ ਜਿਹੜੀ ਵੀ ਸੰਗਤ ਇਸ ਨੂੰ ਦੇਖ ਰਹੀ ਹੈ ਉਹਨਾਂ ਦਾ ਵੀ ਜੀਵਨ ਸਫਲਾ ਹੋ ਰਿਹਾ ਹੋਏਗਾ। ਔਰ ਅਸੀਂ ਇਹ ਜਾਣਦੇ ਹਾਂ ਕਿ ਅੱਜ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜਿਹੜੇ ਕਿ ਚਾਚਾ ਫੱਗੂਮਲ, ਜਿਹੜਾ ਕਿ ਇਤਿਹਾਸ ਦੇ ਉਸ ਵਰਕਿਆਂ ਦੇ ਉੱਤੇ ਇਹਨਾਂ ਦੇ ਅਨੁਸਾਰ ਜੋ ਪਰਿਵਾਰ ਦਾ ਇਤਿਹਾਸ ਹੈ ਔਰ ਜਿਹੜੀ ਕਿ ਆਪਣਾ ਸੂਰਜ ਪ੍ਰਕਾਸ਼ ਦੀ ਅਸੀਂ ਆਮ ਤੌਰ 'ਤੇ ਸਾਰੇ ਗੁਰਦੁਆਰਾ ਸਾਹਿਬ 'ਚ ਕਥਾ ਹੁੰਦੀ ਹੈ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੀ, ਉਹਨਾਂ ਦੇ ਦੁਆਰਾ ਇਸ ਪਰਿਵਾਰ ਨੂੰ ਪ੍ਰਮਾਣਤਾ ਮਿਲੀ ਹੋਈ ਹੈ ਔਰ ਇਹ ਜਿਹੜੇ ਇਤਿਹਾਸਿਕ
ਇਹ ਕਿਤਾਬਾਂ ਛਪੀਆਂ ਤਖਤ ਪਟਨਾ ਸਾਹਿਬ ਵੱਲੋਂ, ਉਹਦੇ ਵਿਚਕਾਰ ਵੀ ਇਹਨਾਂ ਦੀ ਸਾਰਾ ਹੈ ਦਰਸ਼ਨ ਕੀਤੇ ਜਾ ਸਕਦੇ ਨੇ। ਇਹ ਇਤਿਹਾਸ ਦੀ ਪ੍ਰਮਾਣਤਾ ਹੈ ਜਿਹਦੇ ਅਸੀਂ ਦਰਸ਼ਨ ਕਰ ਰਹੇ ਹਾਂ। ਔਰ ਨਾਲ ਨਾਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਇਤਿਹਾਸ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਆਉਣ ਵਾਲੀ ਪਨੀਰੀ ਨੇ ਇੱਕੋ ਗੱਲ ਕਹਿਣੀ ਹੈ ਕਿ ਹਿਸਟਰੀ ਆਲਵੇਜ਼ ਰਿਕੁਆਇਰ ਐਨ ਐਵੀਡੈਂਸ। ਹਿਸਟਰੀ ਨੂੰ ਹਮੇਸ਼ਾ ਇਤਿਹਾਸ ਦੀ ਲੋੜ ਹੈ, ਗਵਾਹੀ ਦੀ ਲੋੜ ਹੈ, ਨਹੀਂ ਤਾਂ ਇਤਿਹਾਸ ਮਿਥਿਹਾਸ ਹੋ ਜਾਂਦਾ ਹੈ। ਤੋ ਅੱਜ 9ਵੇਂ ਗੁਰੂ ਨਾਨਕ ਜੋਤ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸ ਪਾਵਨ ਸ਼ਹੀਦੀ ਸਥਾਨ ਦੇ ਉੱਤੇ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਪੂਰਾ ਪੰਥ, ਪੂਰਾ ਸਿੱਖ ਜਗਤ ਨਹੀਂ, ਪੂਰੀ ਮਾਨਵਤਾ ਮਨਾ ਰਿਹਾ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਾਨਵਤਾ ਨੂੰ, ਧਰਮ ਦੀ ਰਾਖੀ ਲਈ ਸ਼ਹਾਦਤ ਸੀ, ਔਰ ਉਹ ਸ਼ਹਾਦਤ ਨੇ ਹੀ ਸਾਰੀ ਮਨੁੱਖਤਾ ਨੂੰ ਇੱਕ ਸੇਧ ਦਿੱਤੀ ਸੀ। ਅੱਜ ਯੂਨਾਈਟਿਡ ਨੇਸ਼ਨ ਦਾ ਅਗਰ ਚਾਰਟਰ ਦੀ ਗੱਲ ਕਰੀਏ ਤਾਂ ਉਹ ਵੀ ਇਹੀ ਗੱਲ ਕਰਦਾ ਹੈ, ਨਾ ਕਿਸੇ ਨੂੰ ਡਰ ਦਿਓ, ਨਾ ਕਦੀ ਡਰ 'ਚ ਰਹੋ। ਇਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਦੇਸ਼ ਹੈ। ਸਾਨੂੰ ਵੀ ਇਸ ਸੰਦੇਸ਼ ਨਾਲ ਜੁੜਨ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ ਟਾਈਮ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਅਸੀਂ ਵਧਾਈ ਭੇਟ ਕਰਦੇ ਹਾਂ, ਔਰ ਨਾਲ ਨਾਲ ਇਸ ਰਿਪੋਰਟ 'ਤੇ ਆਪਣੀਆਂ ਇੱਛਾਵਾਂ, ਆਪਣੀਆਂ ਭਾਵਨਾਵਾਂ ਜ਼ਰੂਰ ਪ੍ਰਗਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।